ਸਾਥੀਓ ਲਾਈਵ ਦੁਬਾਰਾ ਆਪਾਂ ਸ਼ੁਰੂ ਕਰਤਾ ਹੈ। ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਜੀ ਜੋ ਸਾਥੀ ਜੁੜ ਰਹੇ ਹਨ ਦੁਬਾਰਾ ਫਿਰ ਲਿੰਕ ਨੂੰ ਸ਼ੇਅਰ ਕਰ ਦਿਓ। ਨੈਟਵਰਕ ਦੀ ਪ੍ਰੋਬਲਮ ਕਰਕੇ ਸਾਥੀਓ ਗੱਲਬਾਤ ਦਾ ਜਿਹੜਾ ਰਾਬਤਾ ਸੀਗਾ ਵਿੱਚ ਹੀ ਕੱਟਿਆ ਗਿਆ ਸੀਗਾ। ਸੋ ਵੱਧ ਤੋਂ ਵੱਧ ਲਿੰਕ ਨੂੰ ਦੁਬਾਰਾ ਸ਼ੇਅਰ ਕਰ ਦਿਓ। ਸੋ ਸਾਥੀਓ ਆਪਾਂ ਗੱਲ ਕਰ ਰਹੇ ਸੀਗੇ ਕਿ ਪਿਛਲੇ ਦਿਨੀ ਚੰਡੀਗੜ੍ਹ 22 ਤਰੀਕ ਦੀ ਮੀਟਿੰਗ ਤੋਂ ਬਾਅਦ ਲਾਈਵ ਹੋਏ ਸੀ। ਸੋ ਜੋ ਵੀ ਜਾਣਕਾਰੀ ਹੈਗੀ ਸੀ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾਈ ਸੀ। ਤਾਂ ਸਾਥੀਓ ਜਿੰਦੇ ਵਿੱਚ ਹਰੇਕ ਪੱਖ ਹਰੇਕ ਮੰਗ ਜਿਹੜੀ ਡਿਪਾਰਟਮੈਂਟ ਦੇ ਅੱਗੇ ਤੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਉਹਨਾਂ ਦੇ ਅੱਗੇ ਜਿਹੜੀ ਉਹ ਮੰਗ ਰੱਖੀ ਸੀ। ਤਾਂ ਸਾਥੀਓ ਦੱਸ ਦਈਏ ਕਿ ਪਿਛਲੇ ਦਿਨੀ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ 6635 ਬਾਰੇ ਵੀ ਗੱਲ ਕੀਤੀ ਗਈ ਸੀ, ਸੈਕਿੰਡ ਲਿਸਟਾਂ ਬਾਰੇ ਔਰ ਵਿਦ ਹੈਲਡ ਬਾਰੇ। ਸੋ ਜੋ ਲਾਈਵ ਦੇ ਵਿੱਚ ਦੱਸਿਆ ਸੀਗਾ ਵਿਦ ਹੈਲਡ ਬਾਰੇ, ਤਾਂ ਸਾਥੀਓ ਸੇਮ ਡਿਪਾਰਟਮੈਂਟ ਨੇ ਮੰਤਰੀ ਸਾਹਿਬ ਨੇ ਜੋ ਡਿਸੀਜਨ ਲਿਆ ਵਿਦ ਹੈਲਡ ਦਾ ਜਿਹੜਾ ਉਹ ਬੁੱਧਵਾਰ ਤੱਕ ਸ਼ਾਮ ਤੱਕ ਜਿਹੜੀ ਉਹ ਲਿਸਟਾਂ ਆਪਣੀਆਂ ਜਿਹੜੀ ਉਹ ਪੈ ਚੁੱਕੀਆਂ ਸੀ। ਤਾਂ ਅੱਜ ਤੱਕ ਜਿਹੜਾ ਉਹਨਾਂ ਸਟੇਸ਼ਨ ਚੁਆਇਸ ਵੀ ਜਿਹੜੇ ਹੈ ਉਹ ਹੋ ਰਹੇ ਨੇ। ਸੋ ਉਸ ਤੋਂ ਬਾਅਦ ਸਾਥੀਓ ਆਪਣੀ ਗੱਲ ਜਿਹੜੀ ਹੈ 2364 ਉਸ ਦੇ ਸਬੰਧ ਵਿੱਚ ਵੀ ਰੱਖੀ ਗਈ ਸੀ। ਉਹ ਵੀ ਤੁਹਾਨੂੰ ਮੈਂ ਸਾਰੀ ਗੱਲਬਾਤ ਉਸ ਦਿਨ ਲਾਈਵ ਦੇ ਵਿੱਚ ਦੱਸਿਆ ਸੀਗਾ। ਸੋ ਅੱਜ ਵੀ ਆਪਾਂ ਗੱਲਬਾਤ ਜਿਹੜੇ ਕਰਾਂਗੇ 5994 ਦਾ ਪੋਰਟਲ ਓਪਨ ਕਰਵਾਉਣ ਦੇ ਲਈ, ਸੋ ਸਰਵਿਸ ਰੂਲਾਂ ਬਾਰੇ ਵੀ, ਸੋ ਨਾਲ ਦੀ ਨਾਲ ਓਵਰੇਜ ਦੇ ਮਸਲੇ ਨੂੰ ਲੈ ਕੇ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਸਾਥੀਓ ਆਪਾਂ ਪਿੱਛੇ ਲਾਈਵ ਹੋ ਕੇ ਵੀ ਕੀਤੀ ਸੀ ਤੇ ਅੱਜ ਵੀ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰਾਂਗੇ ਤਾਂ ਜੋ ਅਗਲਾ ਡਿਸੀਜਨ ਅਗਲੀ ਰਣਨੀਤੀ ਜਿਹੜੀ ਉਹ ਆਪਣੇ ਸਹੀ ਤਰੀਕੇ ਨਾਲ ਜਿਹੜੀ ਉਹ ਚੱਲ ਸਕੇ। ਸੋ ਸਾਥੀਓ ਸਭ ਤੋਂ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਕਿ ਇੱਕ ਭਰਤੀ ਜਿਹੜੀ ਆਪਣੀ 6635 ਹੈ, 6635 ਦਾ ਪ੍ਰੋਸੈਸ ਜਿਹੜਾ ਉਹ ਸਾਥੀਓ ਚੱਲ ਰਿਹਾ ਰੈਗੂਲਰ ਵਿਦ ਹੈਲਡ ਦਾ ਚੱਲ ਰਿਹਾ ਹੈ। ਉਸ ਤੋਂ ਬਾਅਦ ਜੋ ਸਟੇਸ਼ਨ ਚੁਆਇਸ ਹੋਣਗੇ ਉਹਨਾਂ ਨੂੰ ਆਫਰ ਲੈਟਰ ਤੋਂ ਬਾਅਦ ਸਟੇਸ਼ਨ ਜਿਹੜੇ ਉਹ ਦਿੱਤੇ ਜਾਣਗੇ। ਇਸ ਤੋਂ ਬਾਅਦ ਸਾਥੀਓ ਆਪਣੀਆਂ ਜੋ ਭਰਤੀਆਂ ਰੁਕੀਆਂ ਹੋਈਆਂ ਨੇ ਉਸ ਦੇ ਬਾਰੇ ਆਪਾਂ ਨੂੰ ਅਗਲੀ ਰਣਨੀਤੀ ਜਿਹੜੀ ਉਹ ਬਣਾਉਣੀ ਪਊਗੀ। ਤਾਂ ਉਸ ਦੇ ਵਿੱਚ ਬਹੁਤ ਹੀ ਅਹਿਮ ਫੈਸਲੇ ਜਿਹੜੇ ਹੈ ਉਹ ਲੈਣੇ ਪੈਣਗੇ। ਸੋ ਪਿਛਲੇ ਦਿਨੀ ਸਟੇਟ ਕਮੇਟੀ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਡਿਪਾਰਟਮੈਂਟ ਔਰ ਸਰਕਾਰ ਜਿਹੜਾ ਉਹ ਸਹੀ ਡਿਸੀਜਨ ਜਿਹੜਾ ਉਹ ਨਹੀਂ ਲੈ ਰਹੀ 5994 ਭਰਤੀ ਬਾਰੇ, ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਸਰਕਾਰ ਦੇ ਸਮੇਂ ਜਦੋਂ ਚੋਣ ਜ਼ਾਬਤਾ ਲੱਗਿਆ ਸੀਗਾ ਉਸ ਸਮੇਂ ਦਾ ਇਸ਼ਤਿਹਾਰ ਜਾਰੀ ਹੋਇਆ ਹੈ, ਪਰੰਤੂ ਉਸ ਦਾ ਪੋਰਟਲ ਹਜੇ ਤੱਕ ਵੀ ਜਿਹੜਾ ਹੈ ਉਹ ਸਰਕਾਰ ਦੇ ਵੱਲੋਂ ਓਪਨ ਨਹੀਂ ਕਰਵਾਇਆ ਗਿਆ। ਸੋ ਇਸ ਲਈ ਸਾਥੀਓ ਸਟੇਟ ਕਮੇਟੀ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ 31 ਜੁਲਾਈ ਨੂੰ ਸੰਗਰੂਰ ਆਪਣੇ ਸੀਐਮ ਭਗਵੰਤ ਮਾਨ ਜੀ ਉਹਨਾਂ ਦੀ ਕੋਠੀ ਦਾ ਜਿਹੜਾ ਘਿਰਾਓ ਕੀਤਾ ਜਾਊਗਾ, ਕਿਉਂਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ
ਸਾਡਾ ਜਿਹੜਾ पोर्टल ਜਿਹੜਾ 5994 ਦਾ ਕਿਉਂ ਨਹੀਂ ਓਪਨ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਗੱਲ ਕਰੀਏ ਸਾਥੀਓ, 5994 ਦਾ पोर्टल ਅਸੀਂ ਜਿਹੜਾ ਹੈ ਉਹ ਓਪਨ ਕਰਾਉਣਾ ਹੈ। ਉਸ ਦੇ ਰੂਲ ਜਿਹੜੇ ਹੈ, ਸਰਵਿਸ ਰੂਲ ਜਿਹੜੇ ਹੈ, ਉਸ ਬਾਰੇ ਅਸੀਂ ਪੂਰਾ ਕਲੀਅਰ ਕਰਨਾ ਹੈ, ਕਿਉਂਕਿ ਅਸੀਂ ਸਾਥੀਓ ਇਹ ਸਭ ਕੁਝ ਪਿੱਛੇ ਭੁਗਤ ਚੁੱਕੇ ਹਾਂ। क्योंकि जिन्नी देर तक अपने सर्विस रूल जिहड़े आ सही ना होणगे उन्नी देर तक अपनियां भर्तियां जिहड़ियां ने वो सेफ नहीं हो सकदियां। सो 31 तरीक का जिहड़ा प्रोटेस्ट रखा गया है उहदे विच 5994 दा पोर्टल ओपन कराउणा, सर्विस रूलां दी पूर्ण जानकारी लैना, 2364 दा सरकार और डिपार्टमेंट के वलों एफीडेविट जिहड़ा दवाना और ओवरेज का मसला जिहड़ा हल कराउणा, ये अपनियां मंगां जिहड़ियां साथियों जायज़ हैगियां जिहड़ियां वो असीं सरकार कोलों हर हालत विच जिहड़ियां मनाउणियां ने। तां साथियों आपां नूं ਹੁਣ ਸਮਾਂ ਜਿਹੜਾ ਗਰੁੱਪਾਂ ਦੇ ਵਿੱਚ ਇੱਕ ਦੂਸਰੇ ਉੱਪਰ ਕਿੰਤੂ ਪਰੰਤੂ ਕਰਨ ਦੇ ਨਾਲੋਂ ਕੇਡਰ ਦੇ ਵੱਲ ਵਧੀਏ, ਕੇਡਰ ਤੱਕ ਮੈਸੇਜ ਪਹੁੰਚਾਈਏ। ਜੇਕਰ ਮੈਦਾਨ ਦੇ ਵਿੱਚ ਆਪਾਂ ਨਾ ਲੜੇ, ਮੈਦਾਨ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਨਾ ਨਿਤਰੇ, ਤਾਂ ਇਹ ਭਰਤੀ ਦਾ ਜਿਹੜਾ ਪੋਰਟਲ ਔਖਾ ਹੋ ਜਾਊਗਾ ਖਲਾਉਣਾ। ਕਿਉਂਕਿ ਤੁਹਾਨੂੰ ਪਤਾ ਹੈ कि सरकारां जदों भर्तियां कुछ कर लैंदियां ने उस तो बाद अगला प्रोसैस जिहड़ा वो ठंडे बस्ते च पा दिंदियां ने। सो इसलिए साथियों आपां नूं दोबारा जिहड़ा वो माहौल फिर बनाउणा पवेगा, जागरूक होना पऊगा। एक एक केडर तक, एक एक साथी तक जिहड़ा है वो मैसेज जिहड़ा आपां नूं प्रोटेस्ट दा पहुंचाना पऊगा, तां जो साथियों ਆਪਾਂ ਇਹ ਜੰਗ ਜਿਹੜੀ ਵਿੱਢੀ ਹੋਈ ਹੈ ਉਸ ਨੂੰ ਜਿੱਤ ਸਕੀਏ। ਤਾਂ ਦੂਸਰੀ ਗੱਲ 2364 ਦੀ, ਕਿਉਂਕਿ ਜੋ ਸਮੇਂ ਜੋ ਪ੍ਰੈਜ਼ੈਂਟ ਜਿਹੜਾ ਚੱਲ ਰਿਹਾ ਹੈ ਇਸ ਦੇ ਵਿੱਚ ਜੇਕਰ ਗੱਲ ਕੀਤੀ ਜਾਈਏ ਕਿ ਆਪਣੀ ਭਰਤੀ ਜਿਹੜੀ 2364 ਹੈ ਉਹ ਬਹਾਲ ਹੋਊਗੀ। ਪਹਿਲਾਂ ਸਭ ਤੋਂ ਵੱਡੀ ਆਪਾਂ ਨੂੰ ਨਿਰਾਸ਼ਾ ਇਹ ਮਿਲ ਰਹੀ ਸੀ ਕਿ ਸ਼ਾਇਦ ਜੱਜ ਸਾਹਿਬ ਜਿਹੜੇ ਆ ਉਹ ਫੈਸਲਾ ਸਹੀ ਨਹੀਂ ਲੈ ਰਹੇ, ਜੱਜ ਸਾਹਿਬ ਸਾਨੂੰ ਜੌਬ ਤੋਂ ਜਿਹੜਾ ਉਹ ਵਾਂਝਾ ਕਰ ਰਹੇ ਨੇ। ਪਰੰਤੂ ਪਿਛਲੀ 22 ਤਰੀਕ ਦੀ ਜਿਹੜੀ ਆ 20 ਤਰੀਕ ਦੀ ਜਿਹੜੀ ਹੀਅਰਿੰਗ ਹੋਈ ਸੀਗੀ ਉਸ ਦੇ ਵਿੱਚ ਜੱਜ ਸਾਹਿਬ ਵੱਲੋਂ ਬਹੁਤ ਹੀ ਵਧੀਆ ਜਿਹੜਾ ਉਹ ਪੋਜ਼ਿਟਿਵ ਪੱਖ ਜਿਹੜਾ ਉਹ ਰੱਖਿਆ ਗਿਆ। ਉਹਨਾਂ ਵੱਲੋਂ ਐਫੀਡੇਵਿਟ ਜਿਹੜੀ ਆ ਉਹ ਮੰਗ ਕੀਤੀ ਗਈ ਬੋਰਡ ਦੇ। ਸੋ ਜੱਜ ਸਾਹਿਬ ਪੋਜ਼ਿਟਿਵ ਹਨ, ਉਹ ਭਰਤੀ ਨੂੰ ਬਹਾਲ ਕਰਨਾ ਚਾਹੁੰਦੇ ਨੇ। ਬਸ ਸਾਥੀਓ ਗੱਲ ਇੱਥੇ ਰੁਕੀ ਹੋਈ ਹੈ ਕਿ ਹੁਣ ਸਰਕਾਰ डिपार्टमेंट इस नूं किस तरीके दे नाल बहाल कराउंदा है। आपां ये ना सोचिए कि सरकार जिहड़ी है वो इन्नी जल्दी जिहड़ा वो फैसला ले लो, क्योंकि पिछे भी कांग्रेस दे टाइम काफ़ी लम्मा समा जिहड़ा स्टे भर्ती दे उपर रहा। सरकारां दियां डिपार्टमेंट दियां गलतियां करके भर्ती स्टक डाउन हो गई, नवीं नवीं सोधा करतियां, जिस दे कारण सारा ही नोटिफिकेशन जिहड़ा वो गंदलापन जिहड़ा वो सिद्ध होया। अपनी भर्ती जिहड़ी है वो तां स्टक डाउन हुई सी। सो साथियों हुण समा जिहड़ा हैगा वो सरकार नूं जगाउण दा समा है। जिन्नी देर तक आपां सरकार दियां अखां ना खोलियां, जिन्नी देर तक उन्हां तक अपनी आवाज़ ना उठाई, उन्नी देर तक अपनी 2364 भर्ती जिहड़ी है वो बहाल नहीं होनी। ये गल क्लीयर है। एफीडेविट दवाना वो तुहाडे वास्ते है सारियां दे
ਕਿੰਨੀ ਵੱਡੀ ਗਿਣਤੀ ਦੇ ਵਿੱਚ ਆਪਾਂ ਪਹੁੰਚਦੇ ਹਾਂ 2364 ਭਰਤੀ ਨੂੰ ਬਹਾਲ ਕਰਾਉਣ ਵਾਸਤੇ, 5994 ਦਾ ਨੋਟੀਫਿਕੇਸ਼ਨ ਓਪਨ ਕਰਵਾਉਣ ਵਾਸਤੇ, ਪੋਰਟਲ ਓਪਨ ਕਰਵਾਉਣ ਵਾਸਤੇ। ਇਹ ਸਾਰਾ ਕੁਝ ਤੁਹਾਡੇ ਵੱਸ ਹੈ। ਖਾਸ ਕਰਕੇ ਬਹੁਤ ਸਾਰੇ ਸਾਥੀਆਂ ਦੇ ਮੈਸੇਜ ਆਉਂਦੇ ਆ ਕਿ ਓਵਰਏਜ ਦਾ ਮਸਲਾ ਜਿਹੜਾ ਯੂਨੀਅਨ ਨੇ ਹੱਲ ਨਹੀਂ ਕੀਤਾ, ਪ੍ਰਧਾਨ ਨੇ ਓਵਰਏਜ ਦਾ ਮਸਲਾ ਹੱਲ ਕਿਉਂ ਨਹੀਂ ਕਰਾਇਆ, ਇਹ ਮਸਲਾ ਹੱਲ ਹੋ ਜਾਣਾ ਸੀ। ਸਾਥੀਓ, ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ, ਓਵਰਏਜ ਦਾ ਮਸਲਾ ਕੱਲੀ ਇੱਕੋ ਈਟੀਟੀ ਦੀ ਸਮੱਸਿਆ ਨਹੀਂ ਗੀ ਸਾਥੀਓ। ਆਲਰੇਡੀ ਸਾਰੇ ਹੀ ਡਿਪਾਰਟਮੈਂਟ ਦੇ ਵਿੱਚ ਜਿਹੜੀ ਹੈ ਇਹ ਮੰਗ ਚੱਲ ਰਹੀ ਹੈ, ਕਿਉਂਕਿ 5 ਸਾਲ ਲਗਾਤਾਰ ਸਰਕਾਰ ਨੇ ਜਿਹੜੀ ਉਹ ਕੋਈ ਵੀ ਭਰਤੀ ਜਿਹੜੀ ਉਹ ਨਹੀਂ ਕੀਤੀ। ਇਸ ਕਰਕੇ ਬਹੁਤ ਸਾਰੇ ਸਾਥੀ ਜਿਹੜੇ ਓਵਰਏਜ ਹੋ ਚੁੱਕੇ ਨੇ। ਸੋ ਈਟੀਟੀ ਯੂਨੀਅਨ ਦੇ ਵੱਲੋਂ ਪੂਰਨ ਜ਼ੋਰ ਜਿਹੜਾ ਹੈ ਉਹ ਭਰਤੀ ਦੇ ਵਿੱਚ ਓਵਰਏਜ ਦਾ ਮਸਲਾ ਜਿਹੜਾ ਹੱਲ ਕਰਾਉਣ ਦੇ ਲਈ ਜਿਹੜੀ ਆ ਉਹ ਮੰਗ ਰੱਖੀ ਜਾ ਰਹੀ ਹੈ। ਪਿਛਲੀ ਮੀਟਿੰਗ ਦੇ ਵਿੱਚ ਵੀ ਮੰਗ ਰੱਖੀ ਸੀ ਸਿੱਖਿਆ ਮੰਤਰੀ ਦੇ ਸਾਹਮਣੇ, ਕਿਉਂਕਿ ਅਸੀਂ ਸਿੱਧੇ ਤੌਰ ਤੇ ਕਿਹਾ ਸੀਗਾ ਕਾਂਗਰਸ ਦੇ ਟਾਈਮ ਜਿਹੜਾ 5 ਸਾਲ ਲਗਾਤਾਰ ਭਰਤੀ ਕੋਈ ਵੀ ਕੰਪਲੀਟ ਨਹੀਂ ਹੋਈ ਔਰ ਸਾਡੇ ਸਾਥੀ ਜਿਹੜੇ ਹੈ ਅੱਜ ਓਵਰਏਜ ਨੇ। ਸੋ ਓਵਰਏਜ ਦੇ ਮਸਲੇ ਤੇ ਵੀ ਮੈਂ ਸਾਥੀਆਂ ਉਹਨਾਂ ਨੂੰ ਅਪੀਲ ਕਰਨਾ ਚਾਹਣਾ ਜਿਹੜੇ ਘਰਾਂ ਦੇ ਵਿੱਚ ਸਿਰਫ ਇੱਕ ਮੈਸੇਜ ਪਾ ਕੇ ਯੂਨੀਅਨ ਨੂੰ ਬਦਨਾਮ ਕਰਦੇ ਆ ਕਿ ਓਵਰਏਜ ਦਾ ਮਸਲਾ ਜਿਹੜਾ ਉਹਨਾਂ ਹੱਲ ਨਹੀਂ ਕਰਾਇਆ। ਤਾਂ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਸਾਰੇ 31 ਤਰੀਕ ਨੂੰ ਸੰਗਰੂਰ ਪਹੁੰਚੋ, ਤਾਂ ਜੋ ਜੇਕਰ ਓਵਰਏਜ ਦਾ ਮਸਲਾ ਆਪਾਂ ਹੱਲ ਕਰਾਉਣਾ ਹੈ, ਇਹ ਨਾ ਹੋਵੇ ਕਿ ਇੱਕ ਦੋ ਸਾਥੀ ਉੱਥੇ ਪਹੁੰਚ ਕੇ ਇਹ ਕਹਿ ਦੇਣਾ ਕਿ ਸਾਨੂੰ ਮੀਟਿੰਗ ਦੇ ਵਿੱਚ ਲੈ ਕੇ ਜਾਓ ਤੇ ਸਾਡਾ ਮਸਲਾ ਸਾਨੂੰ ਪਤਾ ਲੱਗੇ ਵੀ ਤੁਸੀਂ ਉੱਥੇ ਸਾਡੀ ਗੱਲ ਰੱਖਦੇ ਹੋ ਜਾਂ ਨਹੀਂ ਰੱਖਦੇ। ਇਸ ਤਰੀਕੇ ਨਾਲ ਨਹੀਂ, ਉਦੋਂ ਮਸਲੇ ਹੱਲ ਹੁੰਦੇ ਨੇ ਜਦੋਂ ਵੱਡਾ ਇਕੱਠ ਹੋ ਕੇ ਉੱਥੇ ਨਿੱਤਰਦਾ ਹੈ। ਇੱਕ ਓਵਰਏਜ ਵਾਲਾ ਸਾਥੀ ਜਿਹੜਾ ਹੈਗਾ ਉਸ ਨੂੰ ਇਸ ਸੰਘਰਸ਼ ਦੇ ਵਿੱਚ ਨਿੱਤਰਨਾ ਪਊਗਾ। ਸੋ ਅੱਜ ਮੈਂ ਇਹ ਬੇਨਤੀਆਂ ਤੁਹਾਡੇ ਅੱਗੇ ਲੈ ਕੇ ਆਇਆ ਕਿ ਸਾਥੀਓ, ਜੇਕਰ ਆਪਾਂ ਭਰਤੀਆਂ ਨੂੰ ਬਹਾਲ ਕਰਾਉਣਾ ਹੈ, ਜੇਕਰ ਆਪਾਂ 5994 ਦਾ ਪੋਰਟਲ ਓਪਨ ਕਰਾਉਣਾ ਹੈ ਜਾਂ ਓਵਰਏਜ ਦਾ ਮਸਲਾ ਹੱਲ ਕਰਾਉਣਾ ਹੈ, ਤਾਂ ਆਪਾਂ ਨੂੰ ਦੁਬਾਰਾ ਫਿਰ ਸੜਕਾਂ ਤੇ ਜਿਹੜਾ ਪਹਿਲਾਂ ਦੀ ਤਰ੍ਹਾਂ ਫਿਰ ਸੰਘਰਸ਼ ਜਿਹੜਾ ਉਹ ਵਿੱਢਣਾ ਪਊਗਾ। ਤਾਂ ਬਹੁਤ ਸਾਰੇ ਸਾਥੀਆਂ ਦੇ ਮੈਸੇਜ ਆ ਰਹੇ ਸੀਗੇ 6635 ਦੇ ਵੇਟਿੰਗ ਲਿਸਟ ਦੇ। ਸਾਥੀਓ, 6635 ਦਾ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਹੈ। ਵਿਦ ਹੈਲਥ ਜਿਹੜੇ ਉਹਨਾਂ ਨੂੰ ਸਟੇਸ਼ਨ ਚੁਆਇਸ ਮਿਲ ਰਹੇ ਨੇ, ਉਹ ਸਟੇਸ਼ਨ ਚੁਆਇਸ ਜਿਹੜਾ ਉਹ ਕਰ ਰਹੇ ਨੇ। ਉਸ ਤੋਂ ਬਾਅਦ ਆਫਰ ਲੈਟਰ ਉਹਨਾਂ ਨੂੰ ਦਿੱਤੇ ਜਾਣਗੇ। ਆਫਰ ਲੈਟਰ ਤੋਂ ਬਾਅਦ ਜਿਹੜੇ ਹੈ ਉਹਨਾਂ ਨੂੰ ਜੁਆਇਨ ਜਿਹੜਾ ਹੈ ਉਹ ਸਕੂਲਾਂ ਦੇ ਵਿੱਚ ਕਰਾਉਣ ਤੋਂ ਬਾਅਦ ਜੋ ਪਹਿਲੀ ਲਿਸਟ ਜਿਹੜੀ ਹੈ ਫਾਈਨਲ ਜਿਹੜੀ ਫਸਟ ਲਿਸਟ ਹੈ ਉਹ ਪੂਰੀ ਕੰਪਲੀਟ ਹੋ ਜਾਊਗੀ। ਉਸ ਤੋਂ ਬਾਅਦ ਅਗਲੀ ਲਿਸਟਾਂ ਜਿਹੜੀਆਂ ਉਹ ਸੈਕਿੰਡ ਲਿਸਟਾਂ ਜਿਹੜੀਆਂ ਉਹ ਪਾਈਆਂ ਜਾਣਗੀਆਂ। ਘਬਰਾਓ ਨਾ, ਜਿੱਥੇ ਇੰਨਾ ਸਮਾਂ ਲੰਘ ਗਿਆ ਪਰ ਸਾਡੀ ਨਜ਼ਰ ਜਿਹੜੀ ਹੈ ਉਹ 6635 ਤੇ ਵੀ ਹੈਗੀ ਹੈ, ਕਿਉਂਕਿ ਉਸ ਨੂੰ ਵੀ ਅਸੀਂ ਜਲਦੀ ਕੰਪਲੀਟ ਕਰਵਾਵਾਂਗੇ ਤੇ ਤਾਂ ਹੀ ਅਗਲਾ ਪ੍ਰੋਸੈਸ ਜਿਹੜਾ ਸਾਡਾ 5994 ਦਾ ਵੀ ਉਹ ਜਲਦੀ ਜਿਹੜਾ ਉਹ ਚੱਲੂਗਾ। ਸੋ ਬਹੁਤ ਸਾਰੇ ਸਾਥੀਆਂ ਦੇ ਮੈਸੇਜ ਆ ਰਿਹਾ ਹੈ ਕਿ ਡਾਟਾ ਪਹਿਲੀ ਲਿਸਟ ਦਾ ਸਾਥੀਓ ਹਜੇ ਤੱਕ ਪੂਰਾ ਕਰੈਕਟ ਜਿਹੜਾ ਉਹ ਡਾਟਾ ਆਪਾਂ ਨੂੰ ਨਹੀਂ ਮਿਲਿਆ। ਸੋ ਇਸ ਪ੍ਰੋਟੈਸਟ ਤੋਂ ਬਾਅਦ ਆਪਾਂ ਡਿਪਾਰਟਮੈਂਟ ਨਾਲ ਦੁਬਾਰਾ ਫਿਰ ਮੀਟਿੰਗ ਕਰਾਂਗੇ। ਪੂਰੀ ਕੋਸ਼ਿਸ਼ ਰਹੂਗੀ ਕਿ ਉਹ ਡਾਟਾ ਜਿਹੜਾ ਉਹ ਆਪਾਂ ਕਲੈਕਟ ਕਰਕੇ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਜਿਹੜਾ ਉਹ ਜ਼ਰੂਰ ਦੱਸਿਆ ਜਾਵੇਗਾ। ਤਾਂ ਜਦੋਂ ਇਹ ਕਰੈਕਟ ਡਾਟਾ 6835 ਦੀ ਪਹਿਲੀ ਲਿਸਟ ਦਾ ਜਿਹੜਾ ਉਹ ਮਿਲੂਗਾ, ਉਸ ਤੋਂ ਬਾਅਦ ਸਾਥੀਓ ਤੁਹਾਨੂੰ ਮੈਰਿਟ ਦਾ ਵੀ ਜਿਹੜਾ ਹੈ ਉਹ ਦੱਸਿਆ ਜਾਊਗਾ ਕਿ ਕਿੰਨੇ ਨੰਬਰਾਂ ਤੱਕ ਜਿਹੜੀ ਉਹ ਨੀਚੇ ਮੈਰਿਟ ਜਿਹੜੀ ਉਹ ਆ ਜਾਊਗੀ। ਸੋ ਇੱਕ ਗੱਲ ਹੋਰ ਕਹਿ ਦਿਆਂ ਕਿ 6635 ਦੇ ਵਿੱਚ ਜਿਹੜੀ ਪੋਸਟ ਡੀ ਰਿਜ਼ਰਵ ਜੋ ਜਾਂ ਡਿਪਾਰਟਮੈਂਟ ਜਾਂ ਸਰਕਾਰ ਜਿਹੜਾ ਹੈ ਉਹ ਕਈ ਵਾਰ ਡਿਸੀਜਨ ਨਹੀਂ ਲੈਂਦੀ ਜਾਂ ਡੀ ਰਿਜ਼ਰਵ ਨਹੀਂ ਕਰਦੀ, ਪਰ ਉਸ ਲਈ ਆਪਾਂ ਨੂੰ ਪੂਰੀ ਪੈਰਵਾਈ ਜਿਹੜੀ ਆ ਉਹ ਕਰਨੀ ਪਊਗੀ। ਸੋ ਇਸ ਲਈ ਅਸੀਂ ਹਰ ਪੱਖ ਤੋਂ ਜਿਹੜਾ ਹੈ ਉਹ ਵੀ ਧਿਆਨ ਰੱਖਿਆ ਜਾਊਗਾ ਕਿ ਕਿਉਂਕਿ ਅਸੀਂ 6635 ਸਾਰੇ ਸਾਥੀ ਜਿਹੜੇ ਆ ਉਹ ਲਵਾਉਣੇ ਆ। ਡੀ ਰਿਜ਼ਰਵ ਜਿਹੜੀਆਂ ਉਹ ਪੋਸਟਾਂ ਅਸੀਂ ਕਰਵਾਵਾਂਗੇ
ਚਾਹੇ ਸਾਨੂੰ ਧਰਨੇ ਕਿਉਂ ਨਾ ਲਾਣੇ ਪੈਣ, ਵੱਧ ਤੋਂ ਵੱਧ ਸਾਥੀ ਜਿਹੜੇ ਹੈ ਉਹ ਸਾਡੇ ਜਿਹੜੇ 6635 ਦੇ ਵਿੱਚ ਸਾਥੀ ਲੱਗ ਸਕਣ। ਮੈਰਿਟ ਵੀ ਜਿਹੜੀ ਹੈ ਸਾਥੀ ਉਹ ਡਾਊਨ ਆਊਗੀ, ਕਿਉਂਕਿ ਹਜੇ ਇਹ ਪਹਿਲੀ ਲਿਸਟ ਹੈ। ਪਹਿਲੀ ਲਿਸਟ ਦਾ ਜੋ ਕਰੈਕਟ ਡਾਟਾ ਆਪਾਂ ਨੂੰ ਮਿਲ ਜਾਊਗਾ, ਉਸ ਤੋਂ ਬਾਅਦ ਸਾਰਾ ਕੁਝ ਤੁਹਾਨੂੰ ਜਿਹੜਾ ਹੈ ਉਹ ਦੱਸਿਆ ਜਾਊਗਾ। ਜਿਹੜੇ ਕੈਟਾਗਰੀ ਦੇ ਵਿੱਚ ਸਕਰੂਟਨੀ ਘੱਟ ਹੋਈ ਹੈ ਨੰਬਰਾਂ ਦੀ, ਚਾਹੇ ਉਹ SCRO ਦੇ ਲੈ ਲਈਏ, ਜਿਵੇਂ 58 ਵਾਲੇ ਸਾਥੀਆਂ ਨੂੰ ਬੁਲਾ ਲਿਆ ਸੀਗਾ ਕੈਂਡੀਡੇਟਾਂ ਨੂੰ, ਪਰ ਉਹ 57 ਤੱਕ ਜਿਹੜੀ ਸਕਰੂਟਨੀ ਹੋਈ ਹੈ। ਜੇਕਰ ਉਹ ਹੋਰ ਵੀ ਕੈਂਡੀਡੇਟਾਂ ਦੀ ਜਿਨ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਹੋਊਗੀ ਤਾਂ ਉਹਨਾਂ ਦੀ ਸਕਰੂਟਨੀ ਜਿਹੜੀ ਹੈ ਉਹ ਜ਼ਰੂਰ ਕਰਵਾਈ ਜਾਊਗੀ। ਤਾਂ ਸਾਥੀਓ, ਇਹ ਗੱਲਾਂ ਜਿਹੜੀਆਂ ਉਹ ਤੁਹਾਡੇ ਅੱਗੇ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਸੀ। ਸੋ ਇੱਕ ਗੱਲ ਮੈਂ ਸਾਥੀਓ ਕਹਿ ਦਿਆਂ ਕਿ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਮੈਸੇਜ ਇਸ ਤਰ੍ਹਾਂ ਦੇ ਆ ਰਹੇ ਨੇ ਕਿ ਯੂਨੀਅਨ ਜਿਹੜਾ ਹੈ ਉਹਨਾਂ ਤੇ ਵਿਸ਼ਵਾਸ ਹੁਣ ਹੈ ਹੀ ਨਹੀਂ, ਉਹ ਕੁਝ ਹੋਰ ਕਰ ਰਹੇ ਨੇ, ਭਰਤੀਆਂ ਦਾ ਬਾਰੇ ਅੱਗੇ ਕਲੀਅਰ ਨਹੀਂ ਕਰ ਰਹੇ। ਤਾਂ ਸਾਥੀਓ, 5 ਸਾਲ ਸਰਕਾਰਾਂ ਦੇ ਨਾਲ ਲੜਨ ਦੇ ਜੋ ਫੈਸਲੇ ਲਏ, ਸਰਕਾਰਾਂ ਕੋਲੋਂ ਭਰਤੀਆਂ ਲਈਆਂ, ਉਦੋਂ ਵੀ ਆਪਾਂ ਡਟ ਕੇ ਖੜੇ ਲੜੇ ਆ, ਤਾਂ ਇੰਨੀਆਂ ਭਰਤੀਆਂ ਲਈਆਂ ਨੇ। ਮੀਟਿੰਗਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਜੋ ਗੱਲਬਾਤ ਕੀਤੀ ਹੈ ਉਹ ਤੁਹਾਡੇ ਨਾਲ ਦੱਸਿਆ, ਤੁਹਾਨੂੰ ਬਾਹਰ ਆ ਕੇ ਦੱਸਿਆ ਜੋ ਗੱਲਬਾਤ ਮੀਟਿੰਗਾਂ ਦੇ ਵਿੱਚ ਹੁੰਦੀ ਸੀ। ਤਾਂ ਸਾਥੀਓ, ਇਹ ਭਰਤੀਆਂ ਐ ਨਹੀਂ ਆਈਆਂ ਇਹ ਤਾਂ ਕਹਿ ਦਈਏ ਕਿ ਆਪਾਂ ਕਿ ਯੂਨੀਅਨ ਜਿਹੜੀ ਹੈ ਉਹ ਕੋਈ ਡਿਸੀਜਨ ਨਹੀਂ ਲੈ ਰਹੀ। ਤਾਂ ਇਸ ਲਈ ਸਾਥੀਓ, ਅਸੀਂ ਅਗਲੀਆਂ ਭਰਤੀਆਂ ਵੀ ਜਿਹੜੀਆਂ 5994 ਉਸ ਦਾ ਪੋਰਟਲ ਓਪਨ ਕਰਾਉਣਾ ਹੈ, ਓਵਰੇਜ ਦਾ ਮਸਲਾ ਵੀ ਹੱਲ ਕਰਾਉਣਾ ਹੈ, 2364 ਦਾ ਜਿਹੜਾ ਉਹ ਅਸੀਂ ਹਰ ਹਾਲਤ ਵਿੱਚ ਜਿਹੜੀ ਹੈ ਉਹ ਬਹਾਲ ਕਰਾਉਣੀ ਹੈ ਸਰਕਾਰ ਕੋਲੋਂ। ਚਾਹੇ ਅਸੀਂ ਕਿਵੇਂ ਪ੍ਰੋਟੈਸਟ ਕਰੀਏ, ਚਾਹੇ ਅਸੀਂ ਕੁਝ ਵੀ ਕਰੀਏ, ਅਸੀਂ ਆਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਸਹੀ ਜਿਹੜਾ ਹੈ ਨੋਟੀਫਿਕੇਸ਼ਨ ਕੋਰਟ ਦੇ ਵਿੱਚ ਪੇਸ਼ ਕਰਵਾ ਕੇ ਅਸੀਂ ਉਹ ਭਰਤੀ ਜਿਹੜੀ ਹੈ ਉਹ ਬਹਾਲ ਕਰਾਉਣੀ ਹੈ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ, ਅਪੀਲ ਹੈ ਕਿ 31 ਜੁਲਾਈ ਨੂੰ ਵੱਡੀ ਗਿਣਤੀ ਦੇ ਵਿੱਚ ਹਮਲਾ ਮਾਰੋ ਸਾਰੀਆਂ ਭਰਤੀਆਂ ਦੇ ਲਈ, ਤਾਂ ਜੋ ਆਪਾਂ ਸਰਕਾਰ ਕੋਲੋਂ ਆਪਦਾ ਹੱਕ ਜਿਹੜਾ ਉਹ ਲੈ ਸਕੀਏ। ਸੋ ਬਹੁਤ ਸਾਰੇ ਕੈਂਡੀਡੇਟ ਦਾ ਜਿਹੜੇ BC ਦੀ ਮੈਰਿਟ ਦੱਸੋ ਜੀ। ਦੇਖੋ, ਜੋ BC ਦੀ ਮੈਰਿਟ ਹੈ, ਜਿੰਨੇ ਕੈਂਡੀਡੇਟ ਦੀ ਹੋਰ ਜ਼ਰੂਰਤ ਹੋਊਗੀ ਸਾਥੀਓ, ਉਹਨਾਂ ਦੀ ਜਿਹੜੀ ਉਹ ਸਕਰੂਟਨੀ ਵੀ ਹੋਊਗੀ। ਜਿੰਨੀ ਦੇਰ ਤੱਕ ਆਪਾਂ ਨੂੰ ਕਲੀਅਰ ਡਾਟਾ ਨਹੀਂ ਮਿਲਦਾ ਉਨੀ ਦੇਰ ਤੱਕ ਅਸੀਂ ਕਿਸੇ ਨੂੰ ਵੀ ਕਲੈਰੀਫਾਈ, ਕਿਉਂਕਿ ਜੇਕਰ ਕਹਿ ਦਈਏ ਵੀ ਇਹਨਾਂ ਤੱਕ ਮੈਰਿਟ ਆਊਗੀ, ਜਿੰਨੀ ਦੇਰ ਤੱਕ ਆਪਾਂ ਨੂੰ ਕਲੀਅਰ ਡਾਟਾ ਨਹੀਂ ਮਿਲਦਾ ਉਨੀ ਦੇਰ ਤੱਕ ਅਸੀਂ ਸਾਥੀਓ ਕੁਝ ਨਹੀਂ ਕਹਿ ਸਕਦੇ, ਕਿਉਂਕਿ ਮੈਰਿਟ ਤਾਂ ਡਾਊਨ ਆਉਣੀ ਹੈ, ਪਰ ਇਹ ਨਹੀਂ ਕਹਿ ਸਕਦੇ ਵੀ ਉਹ 2 ਨੰਬਰ ਆਊ, 4 ਨੰਬਰ ਆਊ, 5 ਨੰਬਰ ਆਊ, ਕਿਉਂਕਿ ਜਿੰਨੀ ਦੇਰ ਤੱਕ ਆਪਾਂ ਨੂੰ ਕਲੀਅਰ ਡਾਟਾ ਹੀ ਨਹੀਂ ਮਿਲਿਆ ਤਾਂ ਅਸੀਂ ਤੁਹਾਨੂੰ ਕਿਸ ਤਰ੍ਹਾਂ ਕਹਿ ਸਕਦੇ ਆ ਵੀ ਇੰਨੇ ਤੱਕ ਮੈਰਿਟ ਜਿਹੜੀ ਉਹ ਡਾਊਨ ਆਊਗੀ। ਪਰ ਮੈਰਿਟ ਜਿਹੜੀ ਹੈ ਉਹ ਡਾਊਨ ਜ਼ਰੂਰ ਆਊਗੀ, ਘਬਰਾਉਣ ਦੀ ਜ਼ਰੂਰਤ ਨਹੀਂ। ਅਸੀਂ ਪੋਸਟਾਂ ਵੀ ਜਿਹੜੀਆਂ ਉਹ ਡੀ-ਰਿਜ਼ਰਵ ਜਿਹੜੀ ਉਹ ਕਰਵਾਵਾਂਗੇ ਜਿਹੜੀਆਂ ਹੁੰਦੀਆਂ ਨੇ। ਸੋ ਮੈਂ ਦੁਬਾਰਾ ਫਿਰ ਸਾਰੇ ਸਾਥੀਆਂ ਦੇ ਅੱਗੇ ਅਪੀਲ ਕਰਦਾ, ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਮਾਯੂਸ ਹੋਣ ਦੀ ਜ਼ਰੂਰਤ ਨਹੀਂ, ਘਬਰਾਓ ਨਾ। ਸੰਘਰਸ਼ ਇੱਕ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਵਿੱਚ ਸੰਘਰਸ਼ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ ਹੈ। ਪੋਜ਼ਿਟਿਵ ਜੇਕਰ ਸੋਚੋਗੇ ਤਾਂ ਹਮੇਸ਼ਾ ਵਾਸਤੇ ਪੋਜ਼ਿਟਿਵ ਤੁਹਾਨੂੰ ਰਿਜ਼ਲਟ ਵੀ ਜਿਹੜਾ ਉਹ ਮਿਲੂਗਾ। ਇਹ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਹੈ। ਤਾਂ ਇਸ ਲਈ ਸਾਥੀਓ, ਜੇਕਰ ਆਪਾਂ ਸਰਕਾਰ ਨੂੰ ਦੁਬਾਰਾ ਹਲੂਣਾ ਨਾ ਮਾਰਿਆ ਤਾਂ ਆਪਣੀ ਜਿੱਤ ਜਿਹੜੀ ਹੈ ਉਹ ਉੱਥੇ ਦੀ ਉੱਥੇ ਜਿਹੜੀ ਉਹ ਰੁਕ ਜਾਊਗੀ। ਆਪਾਂ ETD ਦੀ ਹੋਣ ਦੀ ਜਿਹੜੀ ਉਹ ਲੜਾਈ ਬੜੀ ਲੰਬੀ ਲੜੀ, ਅੱਜ ਵੀ ਲੜ ਰਹੇ ਆ। ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਆ ਆਪਣਾ ਹੀਅਰਿੰਗ ਜਿਹੜੀ ਉਹ ਅੱਗੇ ਹੋਣੀ ਆ, ਉਹਦੀ ਡੇਟ ਹਜੇ ਫਿਕਸ ਨਹੀਂ ਹੋਈ। ਤਾਂ ਮੈਂ ਇੱਥੇ ਇੱਕ ਗੱਲ ਸਾਥੀਓ, ਜਿਹੜੇ ਸਾਡੇ ਸਾਥੀ 6635 ਵਿੱਚ ਜੁਆਇਨ ਕਰ ਚੁੱਕੇ ਨੇ, ਇੱਕ ਗੱਲ ਦੀ ਜਿਹੜੀ ਇੱਥੇ ਬੜੀ ਹੈਰਾਨੀ ਹੁੰਦੀ ਹੈ ਕਿ ਬਹੁਤ ਸਾਰਾ ਕੇਡਰ ਜਿਨ੍ਹਾਂ ਨੇ ਜੁਆਇਨ ਕਰਿਆ ਹੈ ਕਿ ਉਹ ਯੂਨੀਅਨ ਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਜਾਂ ਇਸ ਤਰ੍ਹਾਂ ਦੇ ਮੈਸੇਜ ਆਏ, ਕਈਆਂ ਨੂੰ ਪਤਾ ਹੀ ਨਹੀਂਗਾ ਕਿ ਵੀ ਯੂਨੀਅਨ ਨਾਮ ਦੀ ਕੀ ਚੀਜ਼ ਹੈ, ਜਿਹੜਾ ਨੇ ਸਕੂਲਾਂ ਦੇ ਵਿੱਚ ਜੁਆਇਨ ਕੀਤਾ।
ਕਿਉਂਕਿ ਬਹੁਤ ਸਾਰੇ ਕੈਂਡੀਡੇਟ ਇਸ ਤਰ੍ਹਾਂ ਦੇ ਜਿਹੜੇ ਉਹ ਨਵੇਂ ਕੈਂਡੀਡੇਟ ਜਿਹੜੇ ਕਦੇ ਸੰਘਰਸ਼ ਦੇ ਵਿੱਚ ਆਏ ਹੀ ਨਹੀਂ ਸੀਗੇ, ਉਹਨਾਂ ਨੇ ਸਕੂਲਾਂ ਦੇ ਵਿੱਚ ਜੁਆਇਨ ਕਰਿਆ ਤਾਂ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੀ ਨਹੀਂ ਹੁੰਦੀ ਕਿ ਯੂਨੀਅਨ ਚੀਜ਼ ਕੀ ਹੈ ਤੇ ਯੂਨੀਅਨ ਨੇ ਕੀ ਲੈ ਕੇ ਦਿੱਤਾ। ਉਹਨਾਂ ਨੂੰ ਇਹ ਹੁੰਦਾ ਹੈ ਕਿ ਸਰਕਾਰ ਨੇ ਪੋਸਟਰ ਦਿੱਤੀਆਂ, ਅਸੀਂ ਅੱਜ ਸਕੂਲਾਂ ਦੇ ਵਿੱਚ ਜਿਹੜਾ ਜੁਆਇਨ ਕਰ ਲਿਆ, ਅਸੀਂ ਪੜ੍ਹ ਕੇ ਉਹ ਸਕੂਲਾਂ ਦੇ ਵਿੱਚ ਗਏ। ਠੀਕ ਹੈ, ਪੜ੍ਹੇ ਹੋ, ਪਰ ਪੋਸਟਾਂ ਜਿਹੜੀਆਂ ਨੇ ਉਹ ਇਦਾਂ ਨਹੀਂ ਆਈਆਂ। ਕੁੱਟ ਖਾਧੀ ਹੈ, ਉੱਥੇ ਭੈਣਾਂ ਦੀਆਂ ਸਿਰਾਂ ਦੀਆਂ ਚੁੰਨੀਆਂ ਜਿਹੜੀਆਂ ਉਹ ਲਾਈਆਂ ਗਈਆਂ, ਉੱਥੇ ਬਹੁਤ ਸਾਰੇ ਪਰਚੇ ਵੀ ਲੋਕਾਂ ਤੇ ਹੋਏ ਨੇ, ਥਾਣਿਆਂ ਦੇ ਵਿੱਚ 2-2 ਦਿਨ ਜਿਹੜੇ ਉਹ ਡੱਕੇ ਗਏ ਸੀ, ਭੁੱਖੇ ਪਿਆਸੇ ਰਹੇ ਆ ਤੇ ਫਿਰ ਜਾ ਕੇ 635 ਭਰਤੀ ਜਿਹੜੀ ਮਿਲੀ ਹੈ। ਟਾਵਰਾਂ ਤੇ ਬੈਠੇ ਰਹੇ, ਟੈਂਕੀਆਂ ਤੇ ਬੈਠੇ ਰਹੇ, ਬਹੁਤ ਸਾਰੇ ਜਿਹੜੇ ਦੁੱਖ ਉਹਨਾਂ ਕੈਂਡੀਡੇਟਾਂ ਜਿਹੜੇ ਜਰੇ ਆ, ਜਿਹੜੇ ਹਜੇ ਤੱਕ ਮੈਰਿਟ ਦੇ ਜਿਹੜੇ ਡਾਊਨ ਬੈਠੇ ਨੇ, ਉਹ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਸਕੂਲਾਂ ਦੇ ਵਿੱਚ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਮੈਂ ਉਹਨਾਂ ਕੈਂਡੀਡੇਟਾਂ ਨੂੰ ਦੱਸ ਦੇਣਾ ਚਾਹੁੰਦਾ ਜਿਹੜੇ ਸਕੂਲਾਂ ਦੇ ਵਿੱਚ ਜੁਆਇਨ ਕਰ ਚੁੱਕੇ ਨੇ, ਭਾਈ ਜੇਕਰ ਤੁਸੀਂ ਆਪਦੀ ਭਰਤੀ ਤੇ ਕਾਬਲ ਰਹਿਣਾ ਹੈ, ਆਪਦੀ ਕੁਰਸੀ ਨੂੰ ਬਚਾ ਕੇ ਰੱਖਣਾ ਹੈ, ਤਾਂ ਤੁਹਾਨੂੰ ਜਾਗਰੂਕ ਹੋਣਾ ਪਊਗਾ, ਜਥੇਬੰਦੀ ਦੇ ਨਾਲ ਜੁੜਨਾ ਪਊਗਾ। ਇੱਥੇ ਮੈਂ ਤੁਹਾਨੂੰ ਵਾਰ-ਵਾਰ ਇਹੋ ਹੀ ਗੱਲ ਕਹਿ ਰਿਹਾ ਕਿ ਜਦੋਂ ਯੂਨੀਅਨ ਦੇ ਵੱਲੋਂ ਤੁਹਾਨੂੰ ਇੱਕ ਮੈਸੇਜ ਲਗਾਇਆ ਜਾਂਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਜਿਹੜਾ ਉਹ ਚੱਲ ਰਿਹਾ ਹੈ, ਜੇਕਰ ਸੁਪਰੀਮ ਕੋਰਟ ਦਾ ਫੈਸਲਾ ਆਪਣੇ ਵਿਰੁੱਧ ਵਿੱਚ ਆਉਂਦਾ ਹੈ ਤਾਂ ਆਪਣੀ ਸਾਰੀਆਂ ਭਰਤੀਆਂ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਨੇ। ਸੋ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਫੰਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਰਾਜਸਥਾਨ BST ਵਾਲੇ ਜਿਹੜੇ ਉਹ ਸਾਥੀ ਹੈ, ਉਹ ਇਹ ਸੰਘਰਸ਼ ਜਿਹੜਾ ਉਹ ਲੜ ਰਹੇ ਨੇ। ਸੋ ਰਾਜਸਥਾਨ ਦਾ ਅਕਾਊਂਟ ਜਿਹੜਾ ਤੁਹਾਨੂੰ ਸ਼ੇਅਰ ਕੀਤਾ ਹੋਇਆ ਹੈ, ਉਸ ਦੇ ਵਿੱਚ ਫੰਡ ਜਿਹੜਾ ਹੈ ਉਹ ਫੰਡ ਦੀ ਸਹਾਇਤਾ ਜਿਹੜੀ ਉਹ ਜ਼ਰੂਰ ਕੀਤੀ ਜਾਵੇ। 4 ਤੋਂ 5 ਲੱਖ ਦੀ ਜਿਹੜੀ ਹੈ ਉਹ ਸਾਥੀਓ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਲੱਗੀ ਹੋਈ ਹੈ। ਆਪਾਂ ਜਿਹੜਾ ਉਹ ਫੰਡ ਰਾਜਸਥਾਨ ਵਾਲੇ ਸਾਥੀਆਂ ਨੂੰ ਡਿਪੋਜ਼ਿਟ ਜਿਹੜਾ ਉਹ ਕਰਾਉਣਾ ਹੈ। ਤਾਂ ਸਾਥੀਓ ਅੱਜ ਤੁਸੀਂ ਜੌਬ ਤੇ ਲੱਗ ਚੁੱਕੇ ਹੋ, ਜੇਕਰ ਆਪਦੀ ਕੁਰਸੀ ਨੂੰ ਕਾਮਯਾਬ ਰੱਖਣਾ ਹੈ ਤਾਂ ਸਾਥੀਓ ਇਹ ਸੰਘਰਸ਼ ਜਿਹੜਾ ਕੋਰਟ ਵਾਲਾ ਜਿਹੜਾ ਸੁਪਰੀਮ ਕੋਰਟ ਵਾਲਾ ਜਿਹੜਾ ਉਹ ਜਿੱਤਣਾ ਬਹੁਤ ਜ਼ਰੂਰੀ ਹੈ। ਹਰੇਕ ਹੀਅਰਿੰਗ ਦੀ ਜਿਹੜੀ ਹੈ ਉਹ ਸਪੈਸ਼ਲ ਜਿਹੜੀ ਇੱਕ ਫੀਸ ਜਿਹੜੀ ਹੈ ਉਹ ਦੇਣੀ ਪੈਂਦੀ ਹੈ ਹਰੇਕ ਐਡਵੋਕੇਟ ਨੂੰ। ਸੋ ਤੁਹਾਨੂੰ ਸਾਰਿਆਂ ਨੂੰ ਜਿਹੜੇ ਸਾਥੀ ਜੁਆਇਨ ਕਰ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਫਿਰ ਮੈਂ ਅਪੀਲ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਫੰਡ ਜਿਹੜਾ ਹੈਗਾ ਉਹ ਰਾਜਸਥਾਨ ਦੇ ਅਕਾਊਂਟ ਦੇ ਵਿੱਚ ਜ਼ਰੂਰ ਪਾਓ, ਤਾਂ ਜੋ ਸਮੇਂ ਸਿਰ ਉਹਨਾਂ ਵਕੀਲਾਂ ਨੂੰ ਫੰਡ ਜਿਹੜਾ ਉਹ ਦਿੱਤਾ ਜਾ ਸਕੇ, ਤਾਂ ਜੋ ਭਰਤੀ ਨੂੰ ਆਪਾਂ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਉਹ ਜਿੱਤਿਆ ਜਾ ਸਕੇ ਤੇ ਆਉਣ ਵਾਲੀ ਵੀ ਭਰਤੀਆਂ ਜਿਹੜੀਆਂ ਉਹ ETT ਦੇ ਬੇਸ ਤੇ ਜਿਹੜੀ ਆਪਾਂ ਨੂੰ ਫਸਟ ਪ੍ਰੈਫਰੈਂਸ ਮਿਲ ਸਕੇ। ਸੋ ਸਾਥੀਓ ਕੁਝ ਸਵਾਲ ਜਿਹੜੇ ਆ ਰਹੇ ਸੀਗੇ, ਬਿਲਕੁਲ ਜੀ ਉਧਰ ਸਟੇਟ ਦਾ ਜਿਹੜਾ ਬਿਲਕੁਲ ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਗੀ, ਸਾਰੀ ਗੱਲਬਾਤ ਜਿਹੜੀ ਹੈ ਉਹ ਹੋਊਗੀ। ਬਿਲਕੁਲ ਜੀ ਬਿਲਕੁਲ ਉਧਰ ਸਟੇਟ ਦਾ ਦੇਖੋ, ਮੈਂ ਤੁਹਾਨੂੰ ਇੱਕ ਸਪਸ਼ਟ ਹੀ ਗੱਲ ਕਰ ਦਿਆਂ, ਸਾਨੂੰ ਕਿਸੇ ਕੈਂਡੀਡੇਟ ਨਾਲ ਨਹੀਂਗਾ ਦੁੱਖ ਨਹੀਂਗਾ, ਸਾਨੂੰ ਇਹਨਾਂ ਸਰਕਾਰਾਂ ਨਾਲ ਹੈ। ਜਿਹੜੀਆਂ ਸਰਕਾਰਾਂ ਸਾਡੇ ਕੋਲੋਂ ਵੋਟਾਂ ਲੈ ਕੇ ਅੱਜ ਕੁਰਸੀ ਤੇ ਬੈਠੀਆਂ ਨੇ, ਅੱਜ ਜਿਹੜੇ CM ਬਣੇ ਨੇ, ਜਿਹੜੇ ਅੱਜ ਸਿੱਖਿਆ ਮੰਤਰੀ ਬਣੇ ਨੇ, ਉਹ ਸਾਡੀਆਂ ਵੋਟਾਂ ਲੈ ਕੇ, ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਕੇ ਇਹਨਾਂ ਕੁਰਸੀਆਂ ਤੇ ਬੈਠੇ ਨੇ। ਪਰ ਜੌਬ ਦੇਣ ਦੇ ਲਈ ਇਹਨਾਂ ਕੋਲ ਕੋਈ ਇਸ ਤਰ੍ਹਾਂ ਦਾ ਐਕਟ ਨਹੀਂ ਬਣਿਆ ਹੋਇਆ ਕਿ ਜਿਹੜਾ ਇਹ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਹੈ ਉਹ ਵੱਧ ਤੋਂ ਵੱਧ ਜਿਹੜਾ ਉਹ ਰੁਜ਼ਗਾਰ ਦੇ ਸਕਣ। ਸੋ ਇਸ ਚੀਜ਼ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ। ਮੈਂ ਅੱਜ ਲਾਈਵ ਦੇ ਵਿੱਚ ਕਹਿ ਰਿਹਾ ਕਿਉਂਕਿ ਸਾਡੇ ਜਿਹੜੇ ਕੈਂਡੀਡੇਟ ਜਿਹੜੇ ਹੈਗੇ ਆ ਪੰਜਾਬ ਦੇ, ਜਿਹੜੇ ਉਹ ਬਹੁਤ ਸਾਰੇ ਜਿਹੜੇ ਆ ਜਿਨ੍ਹਾਂ ਨੇ ਡਾਂਗਾਂ ਖਾਧੀਆਂ, ਜਿਨ੍ਹਾਂ ਨੇ ਪਰਚੇ ਕਰਵਾਏ ਆਪਦੇ ਤੇ, ਅੱਜ ਉਹ ਸਾਡੇ ਸਾਥੀ ਜਿਹੜੇ ਉਹ ਘਰਾਂ ਦੇ ਵਿੱਚ ਬੈਠੇ ਹੋਏ ਨੇ। ਪਰ ਇੱਕ ਖੁੱਲਾ ਸੱਦਾ ਜਿਹੜਾ ਉਧਰ ਸਟੇਟਾਂ ਤੋਂ ਜਿਹੜਾ ਉਹ ਦਿੱਤਾ ਜਾਂਦਾ ਹੈ ਸਾਡੇ ਪੰਜਾਬ ਦੇ ਵਿੱਚ, ਤਾਂ ਜਦੋਂ ਉਧਰ ਸਟੇਟ ਜਿਹੜੀ ਹੈ ਇੱਕ ਸਰਕਾਰ ਜਿਹੜੀ ਪੈਸਾ ਕਮਾਉਣ ਦਾ ਜਿਹੜਾ ਇੱਕ ਉਹਨਾਂ ਨੇ ਢੰਗ ਅਪਣਾਇਆ ਹੋਇਆ ਕਿ ਖੁੱਲਾ ਸੱਦਾ ਦੇ ਕੇ ਜਿੰਨਾ ਮਰਜ਼ੀ ਕੈਂਡੀਡੇਟ ਬਾਹਰਲਾ ਜਿਹੜਾ ਅਪਲਾਈ ਕਰ ਸਕਦਾ ਹੈ। ਇਹ ਸਰਕਾਰਾਂ ਨੇ ਇੱਕ ਜਿਹੜਾ ਉਹ ਤਰੀਕਾ ਅਪਣਾਇਆ ਹੋਇਆ ਕਿ ਅਸੀਂ ਪੈਸਾ ਜਿਹੜਾ ਉਹ ਇਕੱਠਾ ਕਰਨਾ ਹੈ। ਪਰ ਇਸ ਚੀਜ਼ ਦੀ ਸਰਕਾਰਾਂ ਦੀ ਅਸੀਂ ਜਿਹੜੀ ਉਹ ਨਿਖੇਧੀ ਕਰਦੇ ਹਾਂ ਕਿ ਜਿਨ੍ਹਾਂ ਕੋਲ ਵੋਟਾਂ ਲਈਆਂ ਨੇ, ਜਿਨ੍ਹਾਂ ਯੂਥ ਕੋਲੋਂ, ਜਿਹੜਾ ਯੂਥ ਪੰਜਾਬ ਦੇ ਵਿੱਚ ਪੜ੍ਹਦਾ ਰਿਹਾ, ਉਹਨਾਂ ਨੂੰ
ਵੱਧ ਤੋਂ ਵੱਧ ਰੁਜ਼ਗਾਰ ਦੇਣ ਦਾ ਜਿਹੜਾ ਕੋਈ ਐਕਟ ਬਣਾਇਆ ਜਾਵੇ ਤਾਂ ਜੋ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ। ਪੰਜਾਬ ਦੀਆਂ ਧੀਆਂ ਭੈਣਾਂ, ਪੰਜਾਬ ਦੇ ਵੀਰ ਟੈਂਕੀਆਂ ਤੇ ਚੜ੍ਹ ਕੇ, ਟਾਵਰਾਂ ਤੇ ਚੜ੍ਹ ਕੇ, ਸੁਰਿੰਦਰਪਾਲ ਵਰਗੇ ਜਿਨ੍ਹਾਂ ਨੇ ਗੁਰਦਾਸਪੁਰ ਦੇ ਵਿੱਚ ਜਿਹੜੇ ਸਾਡੇ ਸਾਥੀ ਉਹਨਾਂ ਨੇ 135 ਦਿਨ ਟਾਵਰ ਤੇ ਚੜ੍ਹ ਕੇ ਗੁਜ਼ਾਰੇ ਨੇ, ਅੱਜ ਉਹ ਨੌਕਰੀ ਲੈਣ ਤੋਂ ਜਿਹੜੇ ਉਹ ਵਾਂਝੇ ਨੇ, ਅੱਜ ਉਹ ਮੈਟ ਤੇ ਪਿੱਛੇ ਬੈਠੇ ਹੋਏ ਨੇ। ਪਰ ਜੇਕਰ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਕੋਈ ਰੂਲ ਬਣਾਇਆ ਹੁੰਦਾ ਜਿੰਦੇ ਵਿੱਚ ਸਾਡੇ ਪੰਜਾਬੀਆਂ ਨੂੰ, ਸਾਡੇ ਯੂਥ ਨੂੰ, ਜਿਹੜਾ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਕਾਰ ਨੂੰ ਜਿਹੜਾ ਅੱਜ ਕਾਬਲ ਬਣਾਇਆ ਹੈ, ਜੇ ਇਸ ਤਰ੍ਹਾਂ ਦੇ ਕੋਈ ਰੂਲ ਬਣੇ ਹੁੰਦੇ ਤਾਂ ਅੱਜ ਸਾਡੇ ਉਹਨਾਂ ਸਾਥੀਆਂ ਨੂੰ ਵੀ ਜਿਹੜਾ ਰੁਜ਼ਗਾਰ ਜਿਹੜਾ ਉਹ ਮਿਲ ਜਾਂਦਾ, ਉਹ ਸੜਕਾਂ ਤੇ ਧੱਕੇ ਨਾ ਖਾਂਦੇ। ਸੋ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ। ਸੋ ਸਾਥੀਓ, ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਡਿਸੀਜਨ ਜਿਹੜਾ ਉਹ ਜ਼ਰੂਰ ਲਿਆ ਜਾਊਗਾ, ਕਿਉਂਕਿ ਇਹ ਗੱਲ ਸਾਡੇ ਸਾਥੀ ਉਧਰ ਸਟੇਟ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਮਹਿਸੂਸ ਜ਼ਰੂਰ ਹੋਊਗੀ ਕਿ ਅੱਜ ਪ੍ਰਧਾਨ ਇਸ ਗੱਲ ਤੇ ਚਿੰਤਾ ਕਿਉਂ ਪ੍ਰਗਟ ਕਰ ਰਿਹਾ ਹੈ। ਪਰ ਇਸ ਗੱਲ ਦੀ ਚਿੰਤਾ ਸਾਨੂੰ ਤਾਂ ਹੈ ਕਿ ਉਧਰ ਸਟੇਟ ਦੇ ਵਿੱਚ ਜਦੋਂ ਸਾਡੀ ਪੰਜਾਬ ਦੀ ਸਟੇਟ ਦਾ ਕੈਂਡੀਡੇਟ ਜਾ ਕੇ ਭਰਦਾ ਹੈ ਤਾਂ ਉਸ ਨੂੰ ਕੁਝ ਹੀ ਹਿੱਸਾ ਜਿਹੜਾ, ਕੁਝ ਪਰਸੈਂਟ ਜਿਹੜਾ ਉੱਥੇ ਦਿੱਤਾ ਜਾਂਦਾ ਹੈ, ਪਰ ਪੰਜਾਬ ਦੇ ਵਿੱਚ ਜਿਹੜਾ ਸਿਰਫ ਇੱਕ ਪੰਜਾਬੀ ਨੂੰ ਉਹ ਘੱਟ ਅਤੇ ਉਧਰ ਸਟੇਟ ਨੂੰ ਬਰਾਬਰ ਦਾ ਜਿਹੜਾ ਉਹ ਇੱਥੇ ਵੀ ਸਥਾਨ ਜਿਹੜਾ ਉਹ ਦਿੱਤਾ ਜਾਂਦਾ ਹੈ। ਪਰ ਸਾਥੀਓ, ਚਾਹੇ ਕੋਈ 5% ਤੁਹਾਨੂੰ ਹਿੱਸਾ ਮਿਲੇ ਉਧਰ ਸਟੇਟ ਨੂੰ, ਚਾਹੇ 10% ਮਿਲੇ, ਚਾਹੇ ਕਿੰਨਾ ਵੀ ਹੈ, ਜੋ ਸਰਕਾਰ ਤੈਅ ਕਰਦੀ ਹੈ ਉਹ ਤਾਂ ਜੋ ਉਸ ਪਰਸੈਂਟੇਜ ਦੇ ਵਿੱਚ ਆਊਗਾ ਤਾਂ ਉਹ ਜੋਬ ਦੇ ਵਿੱਚ ਆਊਗਾ। ਪਰ ਇੱਥੇ ਗੱਲ ਇਹ ਜ਼ਰੂਰ ਹੈ ਕਿ ਜਦੋਂ ਪੰਜਾਬ ਦਾ ਕੈਂਡੀਡੇਟ ਸੰਘਰਸ਼ ਕਰਦਾ ਹੈ ਨਾ, ਪੰਜਾਬ ਦਾ ਕੈਂਡੀਡੇਟ ਜਦੋਂ ਆਦੇ ਦੇ ਪਰਚੇ ਕਰਾਉਂਦਾ ਹੈ, ਆਦੇ ਡਾਂਗਾ ਖਾਂਦਾ ਹੈ ਨਾ, ਜਦੋਂ ਉਹ ਜੋਬ ਤੋਂ ਰਹਿ ਜਾਂਦਾ ਹੈ ਤਾਂ ਉਸ ਨੂੰ ਇਹ ਚੀਜ਼ ਬਹੁਤ ਮਹਿਸੂਸ ਹੁੰਦੀ ਹੈ। ਅੱਜ ਜੋ ਅਸੀਂ ਜਿਹੜਾ ਮਹਿਸੂਸ ਕਰ ਰਹੇ ਹਾਂ, ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦਾ ਕੈਂਡੀਡੇਟ ਜਿੰਨਾ ਲੜਿਆ ਪਰ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ। ਸੋ ਇਹ ਬਹੁਤ ਚਿੰਤਾ ਵਾਲੀ ਗੱਲ ਹੈ। ਇਹ ਸਰਕਾਰ ਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਅਸੀਂ ਗੱਲ ਜ਼ਰੂਰ ਰੱਖਾਂਗੇ। ਇਸ ਦੇ ਵਿੱਚ ਕੋਈ ਦੂਸਰੀ ਰਾਏ ਨਹੀਂ, ਕਿਉਂਕਿ ਉਧਰ ਸਟੇਟ ਵਾਲੇ ਇਹ ਗੱਲ ਨੂੰ ਜ਼ਰੂਰ ਸੋਚਣਗੇ ਕਿ ਪ੍ਰਧਾਨ ਅੱਜ ਕੀ ਗੱਲਾਂ ਜਿਹੜੀਆਂ ਉਹ ਕਰ ਰਿਹਾ, ਇਹ ਗੱਲਾਂ ਜਿਹੜੀਆਂ ਇਹ ਹੋਣਗੀਆਂ, ਕਿਉਂਕਿ ਸਾਨੂੰ ਇਸ ਗੱਲ ਦਾ ਜਿਹੜਾ ਅੱਜ ਮਹਿਸੂਸ ਹੋ ਰਹੀ ਹੈ ਕਿ ਸਰਕਾਰ ਨੇ ਜਿਹੜੇ ਗਲਤ ਫੈਸਲੇ ਲੈ ਕੇ ਅੱਜ ਸਾਡੀਆਂ ਭਰਤੀਆਂ ਦੇ ਵਿੱਚ ਜਿਹੜਾ ਉਹ ਸਾਡੇ ਜਿਹੜੇ ਸੰਘਰਸ਼ੀ ਲੋਕ ਜਿਹੜੇ ਹੈਗੇ ਨੇ ਉਹ ਅੱਜ ਪਿੱਛੇ ਬੈਠੇ ਹੋਏ ਨੇ, ਅੱਜ ਉਹਨਾਂ ਨੂੰ ਜੋਬ ਤੋਂ ਜਿਹੜਾ ਉਹ ਵਾਂਝਾ ਰੱਖਿਆ ਜਾ ਰਿਹਾ ਹੈ। ਸੋ ਇਹ ਸਰਕਾਰ ਦੇ ਸਾਡੀ ਚੇਤਾਵਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਉਹ ਸੰਘਰਸ਼ ਹੋਣਗੇ, ਚਾਹੇ ਉਹ ਭਰਤੀਆਂ ਦੇ ਮਸਲੇ ਤੇ ਨੇ, ਚਾਹੇ ਕੁਝ ਵੀ ਹੈ। ਅਸੀਂ ਹਰ ਹਾਲਤ ਵਿੱਚ ਜਿਹੜੇ ਹੈ ਉਹ ਅਸੀਂ ਆਦਾ ਹੱਕ ਜਿਹੜਾ ਉਹ ਲਵਾਂਗੇ। ਸੋ ਕਦੇ ਵੀ ਪੰਜਾਬੀ ਜਿਹੜਾ ਉਹ ਪਿੱਛੇ ਹਟਣ ਵਾਲਾ ਨਹੀਂਗਾ। ਸੋ ਸਾਥੀ ਇੱਕ ਦਾ ਸਵਾਲ ਆ ਰਿਹਾ ਸੀਗਾ ਕਿ ਉਹ ਮੁਕਤ ਜਾਤੀ ਜੀ, ਬਿਲਕੁਲ 2% ਜਿਹੜਾ ਤੁਹਾਡਾ ਕੋਟਾ ਹੈਗਾ ਉਹ ਸਾਥੀਓ ਤੁਹਾਡਾ ਹੈਗਾ, ਉਹ ਤੁਹਾਨੂੰ ਜਿਹੜਾ ਉਹ ਜ਼ਰੂਰ ਮਿਲੂਗਾ। ਜੋ ਗੱਲਬਾਤ ਜਿਹੜੀ ਹੈ ਡਿਪਾਰਟਮੈਂਟ ਦੇ ਵਿੱਚ ਡਾਇਰੈਕਟਰ ਸਾਹਿਬ ਦੇ ਨਾਲ ਵੀ ਮੀਟਿੰਗ ਦੇ ਵਿੱਚ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ, ਉਹ ਹੋਈਆਂ ਨੇ, ਉਹਦੇ ਵਿੱਚ ਜਿਹੜੀ ਉਹ ਗੱਲਬਾਤ ਅਸੀਂ ਰੱਖੀ ਹੈ। ਤੇ ਸਾਥੀਓ ਘਬਰਾਓ ਨਾ, ਲੜਦੇ ਰਹਾਂਗੇ, ਜੇਕਰ ਲੜਾਂਗੇ ਤਾਂ ਜਿੱਤ ਪ੍ਰਾਪਤ ਕਰਾਂਗੇ। ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ 31 ਜੁਲਾਈ ਨੂੰ ਸੰਗਰੂਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੋ। ਸਾਰੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਸਾਰੇ ਕੇਡਰ ਦੀ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਸਾਥ ਦਿਓ, ਤਾਂ ਜੋ ਆਪਦਾ ETT ਦਾ ਇਤਿਹਾਸ ਜਿਹੜਾ ਉਹ ਦੁਬਾਰਾ ਆਪਾਂ 31 ਜੁਲਾਈ ਨੂੰ ਸੰਗਰੂਰ ਦੇ ਵਿੱਚ ਦੁਬਾਰਾ ਫਿਰ ਰਚੀਏ। ਉਹ ਤੁਹਾਡੇ ਸਾਥ ਦੇ ਨਾਲ ਹੀ ਜਿਹੜਾ ਇਤਿਹਾਸ ਰਚਿਆ ਜਾਊਗਾ।